बिस्मिल्लाहिर्रहमानिर्रहीम। सुल्तान मुराद तुर्की का एक बादशाह है। ये बादशाह बड़ा नेक दिल सी। एक दिन अपने बाडीगार्ड नूं कहंदा है भी आपां भेस बदल के ते शहर दे विच चक्कर लावना है, ज़रा महसूस करना है भी आवाम जिहड़ी है वो किस तरह के हालात दे नाल दो चार है। बाडीगार्ड ने की कहना सी, वो तैयार हो गया। बादशाह ने अपना भेस बदलिया ਤੇ ਉਸ ਦੇ ਨਾਲ ਹੀ ਬਾਡੀਗਾਰਡ ਨੇ ਵੀ ਜਿਹੜਾ ਆਪਣੀ ਤਿਆਰੀ ਕਰ ਲਈ। ਉਹ ਸ਼ਹਿਰ ਚੋਂ ਬਾਹਰ ਨਿਕਲ ਗਿਆ, ਮਹੱਲਾਂ ਤੋਂ ਦੂਰ ਚਲੇ ਗਏ ਤੇ ਚਲਦਿਆਂ ਚਲਦਿਆਂ ਸ਼ਹਿਰ ਦਾ ਦੂਸਰਾ ਕਿਨਾਰਾ ਆ ਗਿਆ ਤੇ ਉਸ ਤੋਂ ਅੱਗੇ ਰੇਲਵੇ ਲਾਈਨਾਂ ਸ਼ੁਰੂ ਹੋ ਗਈਆਂ। ਉੱਥੇ ਜਾ ਕੇ ਉਹਨਾਂ ਇੱਕ ਮੰਜ਼ਰ ਦੇਖਿਆ। ਇੱਕ ਆਦਮੀ ਰੇਲਵੇ ਲਾਈਨ ਦੇ ਨਾਲ ਲੇਟਿਆ ਹੋਇਆ ਹੈ ਤੇ ਸੁੱਤਾ ਪਿਆ। ਬਾਦਸ਼ਾਹ ਸਲਾਮਤ ਨੇ ਉਸ ਨੂੰ ਜਾ ਕੇ ਹਿਲਾਇਆ ਤੇ ਉਸ ਨੂੰ ਕਿਹਾ ਵੀ ਐ ਜਵਾਨ ਖੜਾ ਹੋ ਜਾ, ਤੂੰ ਇੱਥੇ ਇਕੱਲਾ ਕਿਉਂ ਸੁੱਤਾ ਪਿਆ। ਲੇਕਿਨ ਉਹ ਆਦਮੀ ਜਿਹੜਾ ਖੜਾ ਨਾ ਹੋਇਆ। ਕੁਛ ਦੇਰ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਦੁਬਾਰਾ ਹਿਲਾਇਆ, ਲੇਕਿਨ ਉਹ ਟਸ ਤੋਂ ਮਸ ਨਾ ਹੋਇਆ। ਬਾਦਸ਼ਾਹ ਨੇ ਉਹਨੂੰ ਤੀਸਰੀ ਦਫਾ ਜਦੋਂ ਹਿਲਾਇਆ ਤੇ ਬਾਦਸ਼ਾਹ ਨੂੰ ਮਹਿਸੂਸ ਹੋਇਆ ਇਹ ਬੰਦਾ ਜਿਹੜਾ ਹੈ ਇਹ ਜ਼ਿੰਦਾ ਨਹੀਂ, ਇਹ ਤਾਂ ਮੁਰਦਾ ਹੈ। ਉਸ ਨੇ ਬਾਡੀਗਾਰਡ ਨੂੰ ਕਿਹਾ ਵੀ ਇਹ ਆਦਮੀ ਜਿਹੜਾ ਹੈ ਇਹ ਤਾਂ ਮਰਿਆ ਪਿਆ। ਉਸ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਬਾਦਸ਼ਾਹ ਨੇ ਦੇਖੇ ਵੀ ਉਹਦੇ ਕੋਲੋਂ ਦੀ ਗੁਜ਼ਰ ਰਹੇ ਨੇ, ਲੇਕਿਨ ਕਿਸੇ ਆਦਮੀ ਨੇ ਉਹਨੂੰ ਜਿਹੜਾ ਹਿਲਾਉਣ ਦੀ ਕੋਸ਼ਿਸ਼ ਨਾ ਕੀਤੀ। ਇਸ ਕੰਮ ਦੇ ਵਿੱਚ ਕੋਈ ਦਿਲਚਸਪੀ ਨਾ ਲਈ। ਬਾਦਸ਼ਾਹ ਨੇ ਇੱਕ ਆਦਮੀ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਵੀ ਇਹ ਜਿਹੜਾ ਬੰਦਾ ਹੈ ਇਹਨੂੰ ਤੂੰ ਪਹਿਚਾਣਨਾ। ਉਸ ਨੇ ਕਿਹਾ ਹਾਂ, ਮੈਂ ਇਸ ਨੂੰ ਪਹਿਚਾਣਨਾ, ਇਹ ਸਾਡੇ ਸ਼ਹਿਰ ਦਾ ਹੀ ਬੰਦਾ ਹੈ ਤੇ ਫਲਾਂ ਫਲਾਂ ਜਗ੍ਹਾ 'ਤੇ ਇਹਦਾ ਘਰ ਹੈ। ਉਹ ਇਹ ਗੱਲ ਕਰਕੇ ਚਲਾ ਗਿਆ। ਉਸ ਤੋਂ ਬਾਅਦ ਦੂਸਰਾ ਬੰਦਾ ਉੱਥੋਂ ਦੀ ਗੁਜ਼ਰਿਆ। ਬਾਦਸ਼ਾਹ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਵੀ ਇਹ ਆਦਮੀ ਇੱਥੇ ਮਰਿਆ ਪਿਆ ਹੈ ਤੇ ਤੁਸੀਂ ਇਹਦਾ ਕੋਈ ਜਿਹੜਾ ਦਿਲਚਸਪੀ ਨਹੀਂ ਲੈ ਰਹੇ ਤੇ ਕੀ ਵਜ੍ਹਾ। ਉਸ ਆਦਮੀ ਨੇ ਕਿਹਾ ਮੈਂ ਇਸ ਬੰਦੇ ਨੂੰ ਜ਼ਾਤੀ ਤੌਰ 'ਤੇ ਜਾਣਨਾ। ਇਹ ਬੰਦਾ ਬਹੁਤ ਗੰਦਾ ਆਦਮੀ ਹੈ, ਇਹ ਸ਼ਰਾਬੀ ਤੇ ਕਬਾਬੀ ਆਦਮੀ ਹੈ, ਇਹ ਜ਼ਾਨੀ ਹੈ ਤੇ ਇਸ ਦੇ ਅੰਦਰ ਕੋਈ ਐਸੀ ਬਦਕਾਰੀ ਨਹੀਂ ਦੀ ਜਿਹੜੀ ਇਸ ਦੇ ਵਿੱਚ ਮੌਜੂਦ ਨਾ। ਬਾਦਸ਼ਾਹ ਨੇ ਉਸ ਨੂੰ ਕਿਹਾ ਇਹ ਬੰਦਾ ਬੁਰਾ ਵੀ ਹੋਵੇ, ਲੇਕਿਨ ਇਸ ਨੂੰ ਅਸੀਂ ਘਰ ਲੈ ਕੇ ਚੱਲੀਏ ਤੇ ਇਹਨੂੰ ਕਮ ਅਜ਼ ਕਮ ਇਹਦਾ ਜਨਾਜ਼ਾ ਹੋਵੇ ਤੇ ਇਸ ਨੂੰ ਦਫਨਾਇਆ ਜਾਏ। ਲੇਕਿਨ ਉਹ ਬੰਦਾ ਜਿਹੜਾ ਹੈ ਇਸ ਕੰਮ 'ਤੇ ਤਿਆਰ ਨਾ ਹੋਇਆ। ਇਹ ਗੱਲਾਂ ਕਰਦਿਆਂ ਕਰਦਿਆਂ ਕੋਈ ਦੋ ਚਾਰ ਆਦਮੀ ਹੋਰ ਉੱਥੇ ਇਕੱਠੇ ਹੋ ਗਏ ਤੇ ਸਾਰਿਆਂ ਦੇ ਸਾਹਮਣੇ ਜਦੋਂ ਬਾਦਸ਼ਾਹ ਨੇ ਇਹ ਗੱਲ ਰੱਖੀ ਤੇ ਉਹਨਾਂ ਬੰਦਿਆਂ ਨੇ ਇਸ ਗੱਲ 'ਤੇ ਐਗਰੀ ਹੋ ਗਏ ਕਿ ਚਲੋ ਇਹਨੂੰ ਆਪਾਂ ਘਰ ਲੈ ਚੱਲਦੇ ਹਾਂ ਤੇ ਜਾ ਕੇ ਇਸ ਦੀ ਬੀਵੀ ਨੂੰ ਦੱਸਦੇ ਹਾਂ ਵੀ ਇਹ ਬੰਦਾ ਜਿਹੜਾ ਹੈ ਉੱਥੇ ਮਰਿਆ ਪਿਆ ਸੀ ਤੇ ਤੁਸੀਂ ਆਪਣੇ ਕਬਜ਼ੇ ਦੇ ਵਿੱਚ ਇਸ ਨੂੰ ਲੈ ਲਓ। ਬਾਦਸ਼ਾਹ ਉਹਨਾਂ ਦੇ ਨਾਲ ਲੱਗਾ ਤੇ ਬਾਡੀਗਾਰਡ ਵੀ ਦੋ ਚਾਰ ਆਦਮੀ ਉਹ ਸੀ। ਉਹਨਾਂ ਇੱਕ ਮੰਜੀ ਮੰਗਾਈ ਤੇ ਮੰਜੀ ਦੇ ਉੱਤੇ ਉਸ ਆਦਮੀ ਨੂੰ ਲਟਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਉਹਨੂੰ ਉਠਾ ਕੇ ਤੇ ਉਹਨਾਂ ਦੇ ਘਰ ਲੈ ਗਏ। ਘਰ ਦੇ ਵਿੱਚ ਉਹਦੀ ਬੀਵੀ ਮੌਜੂਦ ਸੀ। ਜਦੋਂ ਉਸਨੇ ਵੇਖਿਆ ਵੀ ਇਹ ਤਾਂ ਮੇਰਾ ਸ਼ੌਹਰ ਹੈ ਤੇ ਇਹ ਮਰਿਆ ਪਿਆ, ਉਹਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਬੜੀ ਦੇਰ ਤੱਕ ਜਿਹੜਾ ਨਾ ਉਹ ਰੋਂਦੀ ਰਹੀ ਤੇ ਉਹਨੇ ਕਿਸੇ ਦੀ ਕੋਈ ਗੱਲ ਨਾ ਸੁਣੀ। ਜਦੋਂ ਉਹ ਥੋੜੀ ਜਿਹੀ ਰੋਣ ਤੋਂ ਹਲਕਾਨ ਹੋਈ ਤੇ ਉਸ ਤੋਂ ਬਾਅਦ ਬਾਦਸ਼ਾਹ ਨੇ ਪੁੱਛਿਆ ਵੀ ਇਹ ਆਦਮੀ ਜਿਹੜਾ ਹੈ ਇਹ ਕੈਸਾ ਆਦਮੀ ਸੀ। ਉਸ ਦੀ ਬੀਵੀ ਨੇ ਕਿਹਾ ਇਹ ਅੱਲਾ ਦਾ ਵਲੀ ਸੀ, ਇਹ ਬੜਾ ਨੇਕ ਆਦਮੀ ਸੀ। ਬਾਦਸ਼ਾਹ ਨੇ ਕਿਹਾ ਤੇ ਲੋਕਾਂ ਦੇ ਤਸਰਾਤ ਇਸ ਦੇ ਵਾਸਤੇ ਕੋਈ ਅੱਛੇ ਨਹੀਂ ਹੈਗੇ। ਲੋਕ ਸਮਝਦੇ ਨੇ ਇਹ ਬੜਾ ਬੁਰਾ ਆਦਮੀ ਸੀ, ਇਹ ਸ਼ਰਾਬੀ ਕਬਾਬੀ ਤੇ ਜ਼ਾਨੀ ਆਦਮੀ ਸੀ। ਲੇਕਿਨ ਉਸ ਦੀ ਬੀਵੀ ਨੇ ਕਿਹਾ ਵੀ ਬਿਲਕੁਲ ਇਹ ਸ਼ਰਾਬ ਖਾਨੇ ਜਾਂਦਾ ਹੁੰਦਾ ਸੀ, ਲੇਕਿਨ ਉੱਥੋਂ ਸ਼ਰਾਬ ਪੀਂਦਾ ਨਹੀਂ ਸੀ ਹੁੰਦਾ। ਇਹ ਕੋਠਿਆਂ 'ਤੇ ਵੀ ਜਾਂਦਾ ਸੀ, ਲੇਕਿਨ ਇਹ ਬਦਕਾਰੀ ਨਹੀਂ ਸੀ ਕਰਦਾ। ਉਸ ਨੇ ਕਿਹਾ ਵੀ ਇਹ ਮੇਰਾ ਸ਼ੌਹਰ ਜਦੋਂ ਸ਼ਰਾਬ ਖਾਨੇ ਜਾਂਦਾ ਸੀ ਤੇ ਉੱਥੇ ਜਾ ਕੇ ਤੇ ਉਹ ਜਿਹੜੇ ਜਾਮ ਲੋਕ ਪੀਂਦੇ ਹੁੰਦੇ ਸੀ ਉਹ ਖਰੀਦ ਲੈਂਦਾ ਸੀ। ਉਹ ਬੋਤਲਾਂ ਆਪਣੇ ਨਾਲ ਲੈ ਆਉਂਦਾ ਸੀ ਘਰ ਦੇ ਵਿੱਚ ਤੇ ਮੇਰੇ ਸਾਹਮਣੇ ਇਸ ਨੇ ਛੋਟਾ ਜਿਹਾ ਇੱਕ ਟੋਇਆ ਬਣਾਇਆ ਸੀ ਤੇ ਉਹਦੇ ਵਿੱਚ ਇਹ ਸ਼ਰਾਬ ਜਿਹੜੀ ਹੈ ਉਹ ਗਿਰਾ ਦਿੰਦਾ ਸੀ ਤੇ ਮੈਨੂੰ ਕਹਿੰਦਾ ਸੀ ਅੱਜ ਮੇਰਾ ਦਿਲ ਬੜਾ ਖੁਸ਼ ਹੋਇਆ ਹੈ ਵੀ ਕਿੰਨੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਇਹ ਸ਼ਰਾਬ ਖਰੀਦਣੀ ਸੀ ਤੇ ਉਹਨਾਂ ਇਹ ਪੀਣੀ ਸੀ, ਆਪਣੇ ਘਰ ਦੇ ਵਿੱਚ ਲੈ ਕੇ ਜਾਣੀ ਸੀ, ਲੇਕਿਨ ਉਹ ਸਾਰੇ ਮੁਸਲਮਾਨ ਭਾਈ ਜਿਹੜੇ ਨੇ ਇਸ
ਸ਼ਰਾਬ ਤੋਂ ਬਚ ਗਏ ਨੇ, ਇਸ ਗੁਨਾਹ ਤੋਂ ਬਚ ਗਏ ਨੇ। ਉਸ ਤੋਂ ਬਾਅਦ ਇਹ ਮੇਰਾ ਸ਼ੌਹਰ ਜਿਹੜਾ ਹੈ ਇਹ ਕੋਠਿਆਂ 'ਤੇ ਵੀ ਜਾਂਦਾ ਹੁੰਦਾ ਸੀ ਅਤੇ ਮੈਨੂੰ ਆਣ ਕੇ ਦੱਸਦਾ ਹੁੰਦਾ ਸੀ ਵੀ ਜਦੋਂ ਮੈਂ ਫਲਾਂ ਕੋਠੇ 'ਤੇ ਗਿਆ ਅਤੇ ਜਿਹੜੀਆਂ ਬੀਬੀਆਂ ਬਾਹਰ ਦਰਵਾਜ਼ਿਆਂ ਦੇ ਅੱਗੇ ਖੜੀਆਂ ਹੁੰਦੀਆਂ ਨੇ, ਇਹ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਵੀ ਅੰਦਰ ਆ ਜਾਓ ਅਤੇ ਦਰਵਾਜ਼ਾ ਬੰਦ ਕਰ ਦਿਓ। ਉਹ ਬੀਬੀਆਂ ਜਿਹੜੀਆਂ ਆਪਣੇ ਦਰਵਾਜ਼ੇ ਬੰਦ ਕਰਕੇ ਅਤੇ ਅੰਦਰ ਬੈਠ ਜਾਂਦੀਆਂ ਸੀ ਅਤੇ ਅੰਦਰ ਜਿਹੜਾ ਕੋਈ ਉਹਨਾਂ ਨੂੰ ਦਾਵਤ ਦਿੰਦਾ ਹੁੰਦਾ ਸੀ ਨੇਕੀ ਦੀ, ਉਸ ਤੋਂ ਬਾਅਦ ਆ ਜਾਂਦਾ ਹੁੰਦਾ ਸੀ। ਅਤੇ ਇਹਦੀ ਬੀਵੀ ਨੇ ਕਿਹਾ ਵੀ ਇਹ ਮੈਨੂੰ ਆਣ ਕੇ ਦੱਸਦਾ ਹੁੰਦਾ ਸੀ ਵੀ ਅੱਜ ਮੈਂ 2 ਘੰਟੇ ਜਾਂ 3 ਘੰਟੇ ਉੱਥੇ ਮੌਜੂਦ ਰਿਹਾ, ਚਲੋ ਇੰਨੀ ਦੇਰ ਤਾਂ ਲੋਕ ਗੁਨਾਹਾਂ ਤੋਂ ਬਚੇ ਨੇ, ਕੋਈ ਬੰਦਾ ਉੱਧਰ ਨੂੰ ਆਇਆ ਹੀ ਨਹੀਂ, ਕਿਸੇ ਨੇ ਕੋਈ ਗੁਨਾਹ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਾਦਸ਼ਾਹ ਇਹ ਸਾਰੀਆਂ ਗੱਲਾਂ ਸੁਣ ਕੇ ਅਤੇ ਉਹਦੀਆਂ ਅੱਖਾਂ ਦੇ ਵਿੱਚ ਆਂਸੂ ਜਾਰੀ ਹੋ ਗਏ ਜਦੋਂ ਉਸ ਔਰਤ ਨੇ ਵੇਖਿਆ ਵੀ ਬਾਦਸ਼ਾਹ ਬਹੁਤ ਰੋ ਰਿਹਾ। ਔਰਤ ਨੇ ਇੱਕ ਹੋਰ ਗੱਲ ਦਾ ਇੰਕਸ਼ਾਫ ਕੀਤਾ। ਉਸਨੇ ਕਿਹਾ, ਮੈਂ ਇਸ ਨੂੰ ਕਹਿੰਦੀ ਹੁੰਦੀ ਸਾਂ, ਅੱਲਾ ਦੇ ਬੰਦਿਆ ਤੂੰ ਸ਼ਰਾਬਖਾਨੇ ਨਾ ਜਾਇਆ ਕਰ, ਨਾ ਜੂਏਖਾਨੇ ਜਾਇਆ ਕਰ। ਲੋਕ ਜਿਹੜੇ ਨੇ ਉਹ ਤੈਨੂੰ ਵੇਖਦੇ ਨੇ, ਉਹ ਸਮਝਦੇ ਨੇ ਵੀ ਉੱਥੇ ਜਾ ਕੇ ਸ਼ਰਾਬ ਹੀ ਇਹ ਪੀਂਦਾ ਹੈ, ਲੇਕਿਨ ਇਹ ਕਹਿੰਦਾ ਹੁੰਦਾ ਸੀ ਨਹੀਂ, ਮੈਂ ਇਹ ਤਬਲੀਗ ਜਿਹੜੀ ਜਾਰੀ ਰੱਖਾਂਗਾ। ਮੈਂ ਇਸ ਨੂੰ ਕਹਿੰਦੀ ਸਾਂ ਜਦੋਂ ਤੂੰ ਮਰ ਗਿਆ ਅਤੇ ਤੇਰੇ ਕਿਸੇ ਜਨਾਜ਼ੇ ਦੇ ਨਾਲ ਨਹੀਂ ਰਲਣਾ, ਤੇਰੀ ਕਬਰ ਕਿਸੇ ਨੇ ਨਹੀਂ ਬਣਾਉਣੀ, ਕਿਸੇ ਨੇ ਅਫਸੋਸ ਵਾਸਤੇ ਨਹੀਂ ਆਉਣਾ, ਲੇਕਿਨ ਇਹ ਕਹਿੰਦਾ ਹੁੰਦਾ ਸੀ ਤੂੰ ਵੇਖਦੀ ਰਵੀਂ, ਜਦੋਂ ਮੈਂ ਮਰ ਗਿਆ ਅਤੇ ਇਨਸ਼ਾਅੱਲਾ ਮੇਰਾ ਜਨਾਜ਼ਾ ਵਕਤ ਦਾ ਬਾਦਸ਼ਾਹ ਪੜ੍ਹੇਗਾ, ਬੜੇ ਬੜੇ ਜਿਹੜੇ ਉਲਮਾ ਪੜ੍ਹਨ ਦੇ। ਬਾਦਸ਼ਾਹ ਜਦੋਂ ਰੋ ਰਿਹਾ ਸੀ ਅਤੇ ਉਸਨੇ ਉਸ ਤੋਂ ਬਾਅਦ ਉਸ ਬੀਵੀ ਨੂੰ ਕਿਹਾ ਵੀ ਮੈਂ ਇਹਦਾ ਕਫਨ ਅਤੇ ਦਫਨ ਦਾ ਵੀ ਇੰਤਜ਼ਾਮ ਕਰਾਂਗਾ, ਤੁਸੀਂ ਕੋਈ ਫਿਕਰ ਨਹੀਂ ਕਰਨਾ, ਇਹਦੇ ਜਨਾਜ਼ੇ ਦਾ ਵੀ ਇੰਤਜ਼ਾਮ ਕਰਾਂਗਾ। ਬਾਦਸ਼ਾਹ ਨੇ ਪੂਰੇ ਇਲਾਕੇ ਦੇ ਜਿੰਨੇ ਉਲਮਾ ਸੀ ਸਾਰਿਆਂ ਨੂੰ ਇਹ ਪੈਗਾਮ ਭੇਜ ਦਿੱਤਾ ਵੀ ਫਲਾਂ ਜਗ੍ਹਾ 'ਤੇ ਜਿਹੜਾ ਪਹੁੰਚਣਾ ਹੈ, ਉੱਥੇ ਇੱਕ ਜਨਾਜ਼ਾ ਹੈ ਅਤੇ ਸਭ ਨੇ ਜਨਾਜ਼ਾ ਪੜ੍ਹਨਾ ਹੈ। ਸਾਰੇ ਉਲਮਾ ਜਿਹੜੇ ਨੇ ਉੱਥੇ ਪਹੁੰਚ ਗਏ, ਬਾਦਸ਼ਾਹ ਸਲਾਮਤ ਵੀ ਉੱਥੇ ਪਹੁੰਚ ਗਏ, ਕਫਨ ਦਫਨ ਦਾ ਵੀ ਇੰਤਜ਼ਾਮ ਹੋ ਗਿਆ। ਜਦੋਂ ਜਨਾਜ਼ਾ ਜਿਹੜਾ ਹੈ ਉਹ ਪੜ੍ਹਿਆ ਜਾ ਰਿਹਾ ਸੀ ਅਤੇ ਉਸ ਬੰਦੇ ਦੇ ਆਖਣ ਦੇ ਮੁਤਾਬਕ ਬਾਦਸ਼ਾਹ ਵੀ ਜਨਾਜ਼ੇ ਦੇ ਨਾਲ ਮੌਜੂਦ ਸੀ, ਉਲਮਾ ਵੀ ਜਿਹੜੇ ਨੇ ਉਹ ਉੱਥੇ ਮੌਜੂਦ ਸਨ। ਅਤੇ ਇਸ ਤਰ੍ਹਾਂ ਇਸ ਗੱਲ ਕਰਨ ਦਾ ਮਕਸਦ ਇਹ ਆ ਵੀ ਜਿਹੜੇ ਬੰਦੇ ਨੂੰ ਕਿਤੇ ਤੁਸੀਂ ਅੱਗੇ ਪਿੱਛੇ ਜਾਂਦੇ ਆਉਂਦੇ ਨੂੰ ਵੇਖ ਲੈਂਦੇ ਜੇ ਅਤੇ ਤੁਸੀਂ ਉਹਦੇ ਬਾਰੇ 'ਚ ਕੋਈ ਗਲਤ ਅੰਦਾਜ਼ਾ ਨਾ ਕਰ ਲਿਆ ਕਰੋ, ਸ਼ਾਇਦ ਪਰਦੇ ਦੇ ਪਿੱਛੇ ਕੀ ਹੋ ਰਿਹਾ ਹੈ। ਜਿਨ੍ਹਾਂ ਨਹੀਂ ਵੇਖਿਆ ਉਹ ਤਾਂ ਕਰਨ ਗੱਲਾਂ, ਜਿਨ੍ਹਾਂ ਨਹੀਂ ਵੇਖਿਆ ਉਹ ਤਾਂ ਕਰਨ ਗੱਲਾਂ, ਜਿਨ੍ਹਾਂ ਵੇਖ ਲਿਆ ਏ ਉਹ ਤਾਂ ਬੋਲਦੇ ਹੀ ਨਹੀਂ, ਜਿਹੜੇ ਮਾਹਰਮ ਨੇ ਹਾਲ ਹਕੀਕਤਾਂ ਦੇ ਉਹ ਤਾਂ ਰਾਜ਼ ਹਕੀਕਤ ਦੇ ਖੋਲ੍ਹਦੇ ਹੀ ਨਹੀਂ। ਅਸਲਾਮ ਅਲੈਕੁਮ।